ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖ ਸਾਰੇ ਹੀ ਗੁਰੂ ਪਿਆਰਿਆਂ ਨੂੰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬੜਾ ਗੰਭੀਰ ਜਿਹਾ ਮਸਲਾ ਲੈ ਕੇ ਮੈਂ ਆਪ ਜੀ ਦੇ ਸਾਹਮਣੇ ਇੱਕ ਵਿਚਾਰ ਲੈ ਕੇ ਆਇਆ ਹਾਂ, ਜੋ ਕਿ ਦਾਸ ਪਿਛਲੇ ਸਮੇਂ ਕਿਸੇ ਗੁਰਸਿੱਖ ਪਰਿਵਾਰ ਦੇ ਘਰ ਵਿੱਚ ਗਿਆ। ਪੜ੍ਹਿਆ ਲਿਖਿਆ ਪਰਿਵਾਰ ਸੀ ਉਹ। ਖੁਦ ਉਹ ਸਰਦਾਰ ਸਾਹਿਬ ਟੀਚਰ ਰਹੇ ਨੇ ਔਰ ਇਸ ਸਮੇਂ ਰਿਟਾਇਰ ਨੇ। ਉਹ ਗੌਰਮੈਂਟ ਸਰਵਿਸ ਉਹਨਾਂ ਦੀ ਗਾ। ਉਹਨਾਂ ਦਾ ਬੇਟਾ ਵੀ ਚੰਗੀ ਜੋਬ 'ਤੇ ਹੈ। ਅਤੇ ਮੈਂ ਜਦੋਂ ਉਹਨਾਂ ਦੇ ਘਰ ਗਿਆ ਪਰਿਵਾਰ ਵਿੱਚ, ਅਤੇ ਉਹਨਾਂ ਨੇ ਇੱਕ ਸਵਾਲ ਮੇਰੇ ਸਾਹਮਣੇ ਕੀਤਾ। ਇੱਕ ਗੁਰਬਾਣੀ ਦਾ ਗੁਟਕਾ ਉਹ ਪਰਿਵਾਰ ਮੇਰੇ ਸਾਹਮਣੇ ਲੈ ਕੇ ਆਇਆ। ਸੁਖਮਣੀ ਸਾਹਿਬ ਪਾਵਨ ਗੁਰਬਾਣੀ ਦਾ ਉਹ ਗੁਟਕਾ ਸੀ, ਪਰ ਉਹਦੇ ਵਿੱਚ ਇੱਕ ਸੰਸਥਾ ਵੱਲੋਂ ਬਹੁਤ ਕੁਝ ਫੇਰ ਬਦਲ ਕੀਤਾ ਹੋਇਆ। ਕੁਝ ਆਪਣੇ ਵੱਲੋਂ ਲਿਖਿਆ ਗਿਆ, ਕੁਝ ਗਾਂਹ ਪਿਛਾਂਹ ਕਰਕੇ। ਕਹਿਣ ਤੋਂ ਭਾਵ ਜੋ ਅਸਲ ਸਰੂਪ ਹੈ ਸੁਖਮਣੀ ਸਾਹਿਬ ਦੀ ਪਾਵਨ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਉਹ ਅਸਲ ਸਰੂਪ ਨਾ ਲਿਖ ਕੇ ਆਪਣੇ ਵੱਲੋਂ ਕੁਝ ਫਿਰ ਬਦਲ ਕੀਤਾ ਗਿਆ। ਔਰ ਉਸ ਤੋਂ ਬਾਅਦ ਵਿੱਚ ਉਹਦੇ ਪਿੱਛੇ ਕੁਝ ਆਪਣੇ ਵੱਲੋਂ ਗੱਲਾਂ ਵੀ ਲਿਖੀਆਂ ਗਈਆਂ ਵੀ ਗੁਰਬਾਣੀ ਇੰਜ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਪੜ੍ਹਨ ਦਾ ਆਹ ਸਮਾਂ, ਇੰਜ ਕੁਝ ਗੱਲਾਂ ਉਹਨਾਂ ਨੇ ਲਿਖੀਆਂ। ਉਹ ਮੈਂ ਆਪ ਜੀ ਦੇ ਸਾਹਮਣੇ ਗੁਟਕਾ ਮੈਂ ਆਪ ਜੀ ਨੂੰ ਵਿਖਾਉਣਾ ਚਾਹੁੰਦਾ ਹਾਂ ਵੀ ਕਿਵੇਂ ਅੱਜ ਵੀ ਕੁਝ ਅਣਜਾਣ ਲੋਕ ਜਿਹੜੇ ਗੁਰਬਾਣੀ ਤੋਂ, ਇਤਿਹਾਸ ਤੋਂ ਜਾਣੂ ਨਾ ਹੋ ਕੇ ਅਤੇ ਸਗੋਂ ਅਗਿਆਨਤਾ ਦੇ ਵਿੱਚ ਕਿਵੇਂ ਉਹ ਲੋਕਾਂ ਨੂੰ ਗੁਰਬਾਣੀ ਦੇ ਪ੍ਰਥਾਏ ਭੁਲੇਖਿਆਂ ਵਿੱਚ ਪਾ ਰਹੇ ਨੇ। ਕਿਵੇਂ ਜਿਨ੍ਹਾਂ ਭਰਮਾਂ ਵਿੱਚੋਂ ਗੁਰੂ ਸਾਹਿਬ ਜੀ ਨੇ ਭੁਲੇਖਿਆਂ ਵਿੱਚੋਂ ਸਾਨੂੰ ਕੱਢਿਆ ਅਤੇ ਫਿਰ ਉਸੇ ਵਿੱਚ ਲਿਜਾਣ ਦੀ ਕਿਵੇਂ ਕੁਝੀਆਂ ਜਿਹੜੀਆਂ ਚਾਲਾਂ ਨੇ ਇਹ ਚੱਲ ਰਹੇ ਨੇ। ਆਓ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਉਹ ਗੁਟਕਾ ਸਾਹਿਬ ਵਿਖਾਵਾਂ ਜਿਹਦੇ ਬਾਰੇ ਉਸ ਗੁਰਸਿੱਖ ਪਰਿਵਾਰ ਨੇ ਮੇਰੇ ਸਾਹਮਣੇ ਸਵਾਲ ਕੀਤੇ ਵੀ ਭਾਈ ਸਾਹਿਬ ਵੀ ਇਹ ਕੀ ਹੈ, ਵੀ ਇੰਜ ਬਾਕੀ ਗੁਟਕੇ ਤੇ ਇੰਜ ਨਹੀਂ, ਨਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੰਜ ਬਾਣੀ ਲਿਖੀ ਗਈ ਹੈ, ਅਤੇ ਫਿਰ ਇਹ ਕਿਉਂ ਲਿਖਿਆ ਗਿਆ। ਸੋ ਆਓ ਪਹਿਲਾਂ ਆਪ ਜੀ ਉਸ ਗੁਟਕੇ ਦੇ ਇੱਕ ਵਾਰ ਦਰਸ਼ਨ ਕਰੋ। ਉਹ ਗੁਟਕਾ ਸਾਹਿਬ ਹੈ ਜੀ, ਜਿਸ ਦੇ ਉੱਪਰ ਸਭ ਤੋਂ ਪਹਿਲਾਂ ਲਿਖਿਆ ਹੈ ਨਾਨਕ ਸਰ ਦੀ ਮਰਿਆਦਾ ਅਨੁਸਾਰ। ਸਾਡੀ ਕੌਮ ਦਾ ਸਭ ਤੋਂ ਵੱਡਾ ਦੁਖਾਂਤੀ ਇਹ ਹੈ ਕਿ ਸਾਡੀ ਮਰਿਆਦਾ ਹੀ ਇੱਕ ਨਹੀਂ, ਵੱਖੋ ਵੱਖਰੇ ਡੇਰੇ ਨੇ ਅਤੇ ਵੱਖੋ ਵੱਖਰੀ ਉਹਨਾਂ ਦੀ ਮਰਿਆਦਾ ਹੈ। ਜਿਹੜਾ ਇੱਕ ਓਅੰਕਾਰ ਦਾ ਸਿਧਾਂਤ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ, ਉਹ ਸਾਡਾ ਗਵਾਚ ਗਿਆ। ਸਾਡੀ ਵੱਖੋ ਵੱਖਰੀ ਮਰਿਆਦਾ ਹੋ ਗਈ, ਜਿਹੜੀ ਕਿ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਵਿੱਚ ਸਭ ਤੋਂ ਵੱਡੀ ਰੁਕਾਵਟ ਸਾਡੇ ਇਹ ਬਣੀ ਹੋਈ ਹੈ। ਇਹਨਾਂ ਲਿਖਿਆ ਜੀ ਨਾਨਕ ਸਰ ਦੀ ਮਰਿਆਦਾ ਅਨੁਸਾਰ ਸੁਖਮਣੀ ਸਾਹਿਬ। ਫਿਰ ਅੱਗੇ ਇਹਨਾਂ ਨੇ ਜੀ ਆਹ ਤਸਵੀਰ ਲਾਈ ਹੈ। ਵੇਖੋ, ਗੁਰਮਤਿ ਵਿੱਚ ਤਸਵੀਰ ਦੀ ਕੋਈ ਵੀ ਮਾਨਤਾ ਨਹੀਂ। ਤਸਵੀਰ ਦੀ ਪੂਜਾ ਵਿੱਚ ਅਤੇ ਮੂਰਤੀ ਪੂਜਾ ਵਿੱਚ ਕੋਈ ਵੀ ਅੰਤਰ ਨਹੀਂ ਹੈ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੂਰਤ ਗੁਰ ਸ਼ਬਦ ਹੈ। ਜਿਹੜੀ ਗੁਰੂ ਦੀ ਮੂਰਤ ਹੈ, ਜਿਹੜੀ ਗੁਰੂ ਦੀ ਤਸਵੀਰ ਹੈ, ਗੁਰੂ ਦਾ ਸ਼ਬਦ ਹੀ ਗੁਰੂ ਦੀ ਤਸਵੀਰ ਹੈ। ਅਸੀਂ ਗੁਰੂ ਕੇ ਸ਼ਬਦ ਵਿੱਚੋਂ ਹੀ, ਗੁਰੂ ਕੀ ਬਾਣੀ ਵਿੱਚੋਂ ਗੁਰੂ ਦੇ ਦਰਸ਼ਨ ਕਰਨੇ ਹਨ, ਕਿਉਂਕਿ ਇਹ ਜਿੰਨੀਆਂ ਵੀ ਤਸਵੀਰਾਂ ਨੇ ਇਹ ਗੁਰੂ ਸਾਹਿਬ ਦੀਆਂ ਅਸਲ ਤਸਵੀਰਾਂ ਨਹੀਂ। ਹਰ ਇੱਕ ਕਲਾਕਾਰ ਨੇ ਆਪੋ ਆਪਣੀ ਮੱਤ ਅਨੁਸਾਰ ਇਹ ਤਸਵੀਰਾਂ ਬਣਾਈਆਂ ਨੇ। ਉਸ ਤੋਂ ਅੱਗੇ ਫਿਰ ਇਹਨਾਂ ਨੇ ਜੀ ਇੱਕ ਸ਼ਬਦ ਹੈ ਬਿਲਾਵਲ ਮਹੱਲਾ 5ਵਾਂ, ਅਤੇ ਫਿਰ ਲਿਖਿਆ ਜੀ ਨਾਨਕ ਸਰ ਦੀ ਮਰਿਆਦਾ ਅਨੁਸਾਰ ਸ੍ਰੀ ਸੁਖਮਣੀ ਸਾਹਿਬ। ਇਸ ਗੁਟਕਾ ਸਾਹਿਬ ਦੇ ਪ੍ਰਕਾਸ਼ਕ ਨੇ ਬਾਬਾ ਪੁਸਤਕ ਭੰਡਾਰ ਨਾਨਕਸਰ। ਫਿਰ ਦੁਬਾਰਾ ਤੋਂ ਫਿਰ ਤਸਵੀਰ ਇਹਨਾਂ ਲਾਈ ਹੈ। ਤੁਸੀਂ ਵੇਖੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ
ਕਿਸੇ ਵੀ ਗੁਰੂ ਸਾਹਿਬ ਦੀ ਕੋਈ ਵੀ ਤਸਵੀਰ ਨਹੀਂ ਲੱਗੀ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੋਈ ਤਸਵੀਰ ਨਹੀਂ ਲੱਗੀ ਤੇ ਫਿਰ ਜਿਹੜੇ ਗੁਟਕੇ ਨੇ ਇਹ ਵੀ ਗੁਰਬਾਣੀ ਦਾ ਇੱਕ ਅੰਗ ਹਨ ਅਤੇ ਇਹਦੇ ਵਿੱਚ ਤਸਵੀਰ ਲਾਉਣ ਦੀ ਵੀ ਸਾਨੂੰ ਕੋਈ ਲੋੜ ਨਹੀਂ ਹੈ। ਫਿਰ ਲਿਖਿਆ ਜੀ ਜਿੱਥੋਂ ਆਰੰਭ ਹੁੰਦਾ ਹੈ ਸੁਖਮਨੀ ਸਾਹਿਬ ਜੀ ਦਾ ਪਾਠ, ਗੌੜੀ ਸੁਖਮਨੀ ਮਹੱਲਾ ਪੰਜਵਾਂ, ਇਹ ਠੀਕ ਲਿਖਿਆ ਹੈ। ਫਿਰ ਇਸ ਤੋਂ ਅੱਗੇ ਸ਼ਲੋਕ ਆਉਂਦਾ ਹੈ, ਪਰ ਇਹਨਾਂ ਨੇ ਵੇਖੋ ਲਿਖਿਆ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਇਹ ਰਹਾਉ ਵਾਲਾ ਬੰਦ ਹੈ ਜਿਹੜਾ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਅੰਕਿਤ ਕੀਤਾ ਹੈ। ਰਹਾਉ ਵਾਲੇ ਬੰਦ ਦਾ ਭਾਵ ਹੁੰਦਾ ਹੈ ਸ਼ਬਦ ਦਾ ਕੇਂਦਰੀ ਭਾਵ। ਪੂਰੇ ਸੁਖਮਨੀ ਸਾਹਿਬ ਜੀ ਦੇ ਵਿੱਚ ਇਹ ਇੱਕ ਵਾਰੀ ਆਇਆ ਹੈ, ਪਰ ਇਹਨਾਂ ਨੇ ਹੈਡਿੰਗ ਵਿੱਚ ਹੀ ਲਿਖ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਸਾਹਿਬ ਨੇ ਇੰਜ ਨਹੀਂ ਲਿਖਿਆ, ਉਹਨਾਂ ਨੇ ਗੌੜੀ ਸੁਖਮਨੀ ਮਹੱਲਾ ਪੰਜਵਾਂ ਲਿਖਿਆ, ਫਿਰ ਸ਼ਲੋਕ ਅਤੇ ਫਿਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਠੀਕ ਹੈ ਜੀ। ਫਿਰ ਪਹਿਲਾ ਸ਼ਲੋਕ ਲਿਖ ਕੇ ਫਿਰ ਵੇਖੋ ਇਹਨਾਂ ਨੇ ਸ਼ਲੋਕ ਤੋਂ ਬਾਅਦ ਵਿੱਚ ਸਿੱਧੀ ਅਸ਼ਟਪਦੀ ਆਉਂਦੀ ਹੈ। ਤੁਸੀਂ ਵੇਖੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਾਂ ਜਿਹੜੇ ਹੋਰ ਗੁਟਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਛਪਦੇ ਨੇ, ਤੁਸੀਂ ਉਹਨਾਂ ਵਿੱਚ ਵੇਖੋਗੇ ਸਿੱਧਾ ਅੱਗੇ ਅਸ਼ਟਪਦੀ ਹੈ, ਪਰ ਇਹਨਾਂ ਨੇ ਅੱਗੇ ਲਿਖਿਆ ਜੀ ਸਤਨਾਮ ਸ੍ਰੀ ਵਾਹਿਗੁਰੂ, ਇਹਨਾਂ ਨੇ ਕੋੜੋਂ ਲਾਇਆ ਹੈ। ਹਾਲਾਂਕਿ ਸਤਨਾਮ ਵਾਹਿਗੁਰੂ ਕਹਿਣਾ ਕੋਈ ਮਾੜੀ ਗੱਲ ਨਹੀਂ, ਪਰ ਗੁਰਬਾਣੀ ਵਿੱਚ ਆਪਣੇ ਵੱਲੋਂ ਵਾਧ ਘਾਟ ਕਰਨਾ ਇਹ ਗੁਰਬਾਣੀ ਦੀ ਬੇਅਦਬੀ ਹੈ। ਫਿਰ ਇਹਨਾਂ ਨੇ ਜੀ ਚਲੋ ਅਸ਼ਟਪਦੀ ਇੱਥੋਂ ਆਰੰਭ ਹੋ ਗਈ। ਫਿਰ ਅੱਗੇ ਜਦੋਂ ਅਸ਼ਟਪਦੀ ਪਹਿਲੀ ਸੰਪੂਰਨ ਹੁੰਦੀ ਹੈ, ਫਿਰ ਵੇਖੋ ਇਹਨਾਂ ਨੇ ਫਿਰ ਕੀ ਲਿਖਿਆ। ਪਹਿਲੀ ਅਸ਼ਟਪਦੀ ਜੀ ਆਪ ਜੀ ਵੇਖੋ ਇੱਥੇ ਪਹਿਲੀ ਅਸ਼ਟਪਦੀ ਪੂਰੀ ਹੋ ਗਈ। ਠੀਕ ਹੈ ਜੀ। ਆ ਗੁਰੂ ਸਾਹਿਬ ਨੇ ਲਿਖਤਾ ਵੀ ਇਹਦੇ 8 ਪਦੇ ਨੇ। ਠੀਕ ਹੈ ਜੀ, 8 ਪਦੇ ਨੇ ਅਤੇ ਪਹਿਲੀ ਅਸ਼ਟਪਦੀ ਹੋ ਗਈ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਦਰਸਾਇਆ ਹੈ ਵੀ ਇੰਜ ਵੇਖੋ ਵੀ 8 ਪਦੇ ਨੇ ਅਤੇ ਪਹਿਲੀ ਤੁਹਾਡੀ ਜਿਹੜੀ ਅਸ਼ਟਪਦੀ ਹੈ ਇੱਥੇ ਸੰਪੂਰਨ ਹੋ ਗਈ ਹੈ। ਸਾਨੂੰ ਇੱਕ ਸੰਕੇਤ ਦਿੱਤਾ, ਇੱਕ ਸਾਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਲਿਖਿਆ। ਪਰ ਇਹਨਾਂ ਨੇ ਉਸ ਤੋਂ ਬਾਅਦ ਵਿੱਚ ਜਿਹੜਾ ਕਿ ਜਦੋਂ ਅਸ਼ਟਪਦੀ ਸੰਪੂਰਨ ਹੁੰਦੀ ਹੈ ਉਸ ਤੋਂ ਬਾਅਦ ਵਿੱਚ ਫਿਰ ਸ਼ਲੋਕ ਆਉਂਦਾ ਹੈ ਸਿੱਧਾ, ਪਰ ਇਹਨਾਂ ਨੇ ਰਹਾਉ ਵਾਲਾ ਬੰਦ ਫਿਰ ਆਪਣੇ ਕੋਲੋਂ ਦੁਬਾਰਾ ਫਿਰ ਲਿਖਿਆ ਅਤੇ ਪਿੱਛੇ ਇੱਕ ਇਹਨਾਂ ਨੇ ਹੋਰ ਗੱਲ ਆਪਣੇ ਕੋਲੋਂ ਲਿਖੀ ਹੈ, ਉਹ ਹੈ ਆ 8-1 ਜਿਹੜਾ ਸ਼ਬਦਾਂ ਵਿੱਚ ਲਿਖਿਆ ਹੈ। 8-1 ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੰਜ ਨਹੀਂ ਲਿਖਿਆ ਹੋਇਆ। ਉੱਥੇ ਵੇਖੋ ਜਿਹੜਾ ਆ 8-1 ਲਿਖਿਆ ਹੋਇਆ ਅੰਕਾਂ ਵਿੱਚ, ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਵੀ ਸਮਝਾਉਣ ਵਾਸਤੇ ਹੈ ਵੀ 8 ਪਦੇ ਅਤੇ ਪਹਿਲੀ ਅਸ਼ਟਪਦੀ ਇੱਥੇ ਤੁਹਾਡੀ ਸੰਪੂਰਨ ਹੋ ਗਈ ਹੈ। ਇਹ ਇੱਕ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਲਿਖਿਆ ਹੈ, ਇਹ ਪੜ੍ਹਨਾ ਨਹੀਂ, ਪਰ ਇਹਨਾਂ ਨੇ ਸ਼ਬਦਾਂ ਵਿੱਚ ਦੁਆਰਾ ਆਪਣੇ ਕੋਲੋਂ ਲਿਖਿਆ ਤਾਂ ਕਿ ਇਹਨੂੰ ਵੀ ਪੜ੍ਹੋ। ਠੀਕ ਹੈ। ਅਤੇ ਉਸ ਤੋਂ ਬਾਅਦ ਵਿੱਚ ਫਿਰ ਉਂਝ ਸ਼ਲੋਕ ਅਤੇ ਸਤਨਾਮ ਸ੍ਰੀ ਵਾਹਿਗੁਰੂ ਇੰਜ ਇਹਨਾਂ ਨੇ ਹਰ ਇੱਕ ਅਸ਼ਟਪਦੀ ਤੋਂ ਬਾਅਦ ਵਿੱਚ ਇੰਜ ਇਹਨਾਂ ਨੇ ਰਹਾਉ ਵਾਲਾ ਬੰਦ ਅਤੇ ਸ਼ਬਦਾਂ ਵਿੱਚ 8-2 ਫਿਰ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਨੇ ਕੋਲੋਂ ਲਿਖਿਆ ਹੈ। ਇਹ ਜਿਹੜੀ ਹੈ ਗੁਰਬਾਣੀ ਦੀ ਘੋਰ ਬੇਅਦਬੀ ਹੈ। ਅਤੇ ਕੀ ਇਹ ਲੋਕ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਸਿਆਣੇ ਜਨਾਉਣ ਦਾ ਯਤਨ ਕਰ ਰਹੇ ਨੇ ਵੀ ਗੁਰੂ ਸਾਹਿਬ ਤੋਂ ਆਹ ਘਾਟ ਰਹਿ ਗਈ ਜਿਹੜੀ ਅਸੀਂ ਪੂਰੀ ਕਰ ਰਹੇ ਹਾਂ ਵੀ ਗੁਰੂ ਸਾਹਿਬ ਨੇ ਇੰਜ ਨਹੀਂ ਲਿਖਿਆ। ਹੋ ਸਕਦਾ ਉਹਨਾਂ ਕੋਲ ਕਾਗਜ਼ ਦੀ ਘਾਟ ਪੈ ਗਈ ਹੋਵੇ, ਜਾਂ ਉਹਨਾਂ ਕੋਲ ਸਮਾਂ ਨਾ ਹੋਵੇ, ਜਾਂ ਕਲਮ ਉਹਨਾਂ ਕੋਲ ਦਵਾਤ ਨਾ ਹੋਵੇ, ਕਿ ਇੰਜ ਹੋ ਸਕਦਾ ਹੈ। ਵੇਖੋ ਇਹ ਗੁਰੂ ਸਾਹਿਬ ਦੀ ਵੀ ਬੇਅਦਬੀ ਹੈ ਅਤੇ ਗੁਰਬਾਣੀ ਦੀ ਵੀ ਬੇਅਦਬੀ ਹੈ। ਸਾਡੇ ਗੁਰੂ ਸਾਹਿਬ ਸੰਪੂਰਨ ਸਨ। ਇਹਨਾਂ ਸਾਧਾਂ ਦੀਆਂ ਕਿਹੜੀਆਂ ਕੁਰਬਾਨੀਆਂ ਨੇ। ਪੰਜਵੇਂ ਪਾਤਸ਼ਾਹ ਜਿਨ੍ਹਾਂ ਨੇ ਆ ਬਾਣੀ ਉਚਾਰਨ ਕੀਤੀ ਅਤੇ ਆਪ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਸਾਹਿਬ ਜੀ ਨੇ ਆਪ ਕਰਵਾਇਆ, ਆਪ ਗੁਰਬਾਣੀ ਲਿਖਵਾਈ। ਜਿਹੜੇ ਤੱਤੀਆਂ ਤਵੀਆਂ 'ਤੇ ਬਹਿ ਕੇ ਘੋੜ ਤਸੀਹੇ ਦੇ ਕੇ ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਅਸੀਂ ਕਹਿ ਕੇ ਸਨਮਾਨ ਦਿੰਦੇ ਹਾਂ ਕਿ ਉਹ ਜੇ ਲਿਖਣਾ ਜ਼ਰੂਰੀ ਸੀ ਅਤੇ ਕੀ ਉਹ ਇੰਝ ਨਹੀਂ ਲਿਖ ਸਕਦੇ ਸਨ। ਪਰ ਨਹੀਂ, ਇਹ ਸਾਧ ਜਿਹੜੇ ਨੇ ਜਿਹੜੇ ਗੁਰਬਾਣੀ ਤੋਂ ਅਣਜਾਣ ਨੇ, ਇਹ ਖੁਦ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੱਧ ਸਿਆਣਾ ਜਨਾਉਣ ਦਾ ਯਤਨ ਕਰ ਰਹੇ ਨੇ।
ਤੇ ਕੌਮ ਨੂੰ, ਗਾਂ ਆਉਣ ਵਾਲੀ ਪੀੜ੍ਹੀ ਨੂੰ, ਬੱਚਿਆਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਰਹੇ ਨੇ ਕਿ ਬੱਚੇ ਕੀ ਵੇਖਣਗੇ, ਕੀ ਦੇਖਣਗੇ, ਕਿ ਵੇਖੋ ਕਿ ਇਹਨੂੰ ਸਹੀ ਮੰਨੀਏ ਜਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ ਬਾਣੀ ਗੁਰੂ ਸਾਹਿਬ ਨੇ ਲਿਖੀ ਹੈ ਉਹਨੂੰ ਸਹੀ ਮੰਨੀਏ। ਇੰਜੇ ਬੜੇ ਭੁਲੇਖਿਆਂ ਵਿੱਚ ਇਹਨਾਂ ਨੇ ਵੇਖੋ ਘੋਰ ਬੇਅਦਬੀ ਜਿਹੜੀ ਹੈ ਉਹ ਗੁਰਬਾਣੀ ਦੀ ਕੀਤੀ ਹੈ। ਅਸੀਂ ਗੁਰਬਾਣੀ ਵਿੱਚ ਇੱਕ ਵੀ ਜਿਹੜਾ ਅੱਖਰ ਵੱਧ ਜਾਂ ਘੱਟ ਨਹੀਂ ਕਰ ਸਕਦੇ, ਕਿਉਂਕਿ ਗੁਰੂ ਸਾਹਿਬਾਂ ਨੇ ਆਪ ਗੁਰਬਾਣੀ ਲਿਖਵਾਈ ਹੈ ਔਰ ਬਹੁਤ ਸੋਹਣੇ ਢੰਗ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਬਾਣੀ ਲਿਖਵਾਈ ਹੈ। ਇਹਦੇ ਵਿੱਚ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਤੇ ਕੋਈ ਵੀ ਕਿਸੇ ਦਾ ਵੀ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਹੈ, ਪਰ ਇਹ ਲੋਕ ਸ਼ੰਕੇ ਖੜੇ ਕਰ ਰਹੇ ਨੇ। ਫਿਰ ਇੱਥੇ ਬਸ ਨਹੀਂ, ਮੈਂ ਆਪ ਜੀ ਨੂੰ ਹੋਰ ਅੱਗੇ ਵਿਖਾਉਣਾ ਹਾਂ ਕਿ ਇਹਨਾਂ ਨੇ ਹੋਰ ਵੀ ਆਪਣੇ ਕੋਲੋਂ ਕੀ ਲਿਖਿਆ ਹੈ ਜਿਹੜਾ ਕਿ ਬਿਲਕੁਲ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਹੈ। ਇਹਨਾਂ ਨੇ ਅਖੀਰ ਵਿੱਚ ਲਿਖਿਆ ਹੈ ਗੁਰ ਸ਼ਬਦ ਸਿੱਧੀ ਸ਼ਰਧਾ ਪੂਰਨ ਸੰਕਟ ਮੋਚਨ। ਠੀਕ ਹੈ ਜੀ। ਫਿਰ ਇਹਨਾਂ ਨੇ ਸ਼ਬਦ ਲਿਖਿਆ ਹੈ। ਸ਼ਬਦ ਲਿਖਣ ਤੋਂ ਬਾਅਦ ਵਿੱਚ ਵੇਖੋ ਇਹਨਾਂ ਨੇ ਬਾਅਦ ਵਿੱਚ ਕੀ ਲਿਖਿਆ ਹੈ। ਇਹਨਾਂ ਲਿਖਿਆ ਜੀ ਵਿਧੀ, ਗੁਰਬਾਣੀ ਨੂੰ ਪੜ੍ਹਨ ਦੀ ਵਿਧੀ ਕੀ ਹੈ। 1.25 ਲੱਖ ਵੀ ਗਿਣਤੀ ਕਰਤੀ ਇਹਨਾਂ ਨੇ ਵੀ ਇੰਨਾ 1.25 ਲੱਖ ਸ਼ਬਦ ਪੜ੍ਹੋ, 41 ਦਿਨ ਵਿੱਚ ਪੜ੍ਹੋ, 41 ਦਿਨ ਵਿੱਚ ਕਰਨਾ ਹੈ ਤੇ ਨਵ ਚਿੰਦੇ ਬੁੱਧਵਾਰ ਤੋਂ ਸ਼ੁਰੂ ਕਰਨਾ ਹੈ ਤੇ ਧਰੂ ਵੱਲ ਮੁੱਖ ਕਰਕੇ। ਹੱਦ ਹੋ ਗਈ ਹੈ। ਫਿਰ ਕੀ ਹੋਏਗਾ, ਬੇਅੰਤ ਮਾਇਆ ਆਵੇਗੀ। ਆ ਵੇਖੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਿਤੇ ਵੀ ਗੁਰੂ ਸਾਹਿਬ ਜੀ ਨੇ ਐਸਾ ਨਹੀਂ ਲਿਖਿਆ ਵੀ ਗੁਰਬਾਣੀ ਅਸੀਂ ਗਿਣਤੀ ਮਿਣਤੀ ਦੇ ਕੋਈ ਪਾਠ ਕਰਨੇ ਨੇ ਅਸੀਂ, ਜਾਂ ਅਸੀਂ ਇੰਨੇ ਦਿਨ ਪਾਠ ਕਰਨੇ ਨੇ। ਨਹੀਂ, ਗੁਰੂ ਸਾਹਿਬ ਤਾਂ ਕਹਿੰਦੇ ਵੀ ਤੂੰ ਬਾਣੀ ਹਰ ਵੇਲੇ ਹੀ ਪੜ੍ਹ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸਿੱਖਾ ਆ। ਗੁਰੂ ਦੀ ਬਾਣੀ ਨੂੰ ਪੜ੍ਹ, ਗੁਰੂ ਦੀ ਬਾਣੀ ਨੂੰ ਗਾ। ਇਹ ਤਾਂ ਗੁਰੂ ਸਾਹਿਬ ਨੇ ਲਿਖਿਆ ਹੈ, ਪਰ ਇੰਜ ਕਿਤੇ ਵੀ ਨਹੀਂ ਲਿਖਿਆ ਤੂੰ ਇਸ ਵਾਰ ਤੋਂ ਸ਼ੁਰੂ ਕਰ, ਕਿਉਂਕਿ ਹਰ ਇੱਕ ਵਾਰ ਦਿਨ ਜਿਹੜਾ ਹੈ ਉਹ ਪਰਮੇਸ਼ਰ ਦਾ ਬਣਾਇਆ ਹੋਇਆ ਹੈ। ਤੇ ਹੁਣ ਇੱਥੇ ਵੇਖੋ ਹੋਰ ਲਿਖਿਆ ਵੀ ਧਰੂ ਵੱਲ ਮੁੱਖ ਕਰਕੇ। ਸਾਡੇ ਵਾਸਤੇ ਚਾਰੇ ਦਿਸ਼ਾਵਾਂ ਇੱਕੋ ਜਿਹੀਆਂ ਨੇ। ਅਸੀਂ ਚਾਰੇ ਦਿਸ਼ਾਵਾਂ ਦੇ ਵਿੱਚ ਹੀ ਪਰਮੇਸ਼ਰ ਨੂੰ ਮੰਨਦੇ ਹਾਂ। ਅਸੀਂ ਕਿਸੇ ਵੀ ਜਿਹੜੇ ਕੋਈ ਇੰਜ ਅਸੀਂ ਵਹਿਮ ਵਿੱਚ ਭਰਮ ਵਿੱਚ ਨਹੀਂ ਪੈਣਾ ਵੀ ਚੜ੍ਹਦੇ ਨੂੰ ਮੁੱਖ ਜਾਂ ਧਰੂ ਵੱਲ ਮੁੱਖ ਇੱਧਰ ਮੁੱਖ ਕਰਨਾ। ਇਹ ਵੀ ਇੱਕ ਭੁਲੇਖੇ ਵਿੱਚ, ਜਿਹੜੇ ਭੁਲੇਖਿਆਂ ਵਿੱਚੋਂ ਗੁਰੂ ਸਾਹਿਬ ਸਾਨੂੰ 10 ਜਾਮੇ ਧਾਰਨ ਕਰਕੇ ਕੱਢਦੇ ਰਹੇ, ਇਹ ਸਾਧ ਫਿਰ ਉਹਨਾਂ ਭੁਲੇਖਿਆਂ ਵਿੱਚ ਸਾਨੂੰ ਪਾ ਰਹੇ ਨੇ ਤੇ ਕਹਿ ਰਹੇ ਨੇ ਵੀ ਬੇਅੰਤ ਮਾਇਆ ਆਵੇਗੀ। ਵੀ ਗੁਰਬਾਣੀ ਜਿਹੜੀ ਹੈ ਅਸੀਂ ਉਹ ਮਾਇਆ ਵਾਸਤੇ ਹੀ ਪੜ੍ਹਨੀ ਹੈ ਵੀ ਮਾਇਆ ਸਾਡੇ ਕੋਲ ਵੱਧ ਆਵੇ। ਨਹੀਂ, ਗੁਰਬਾਣੀ ਤੇ ਅਸੀਂ ਤਾਂ ਪੜ੍ਹਨੀ ਹੈ ਜੋ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਾਤਸ਼ਾਹ ਨੇ ਲਿਖਿਆ ਏ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਸੀਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਨੂੰ ਵਿਚਾਰਨਾ ਹੈ ਤੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਜਿਉਣਾ ਹੈ। ਅਸੀਂ ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਬਾਣੀ ਪੜ੍ਹਨੀ ਹੈ, ਨਾ ਕਿ ਕੋਈ ਮਾਇਆ ਦਾ ਲਾਲਚ ਰੱਖ ਕੇ ਵੀ ਸਾਡੇ ਕੋਲ ਬਹੁਤੀ ਮਾਇਆ ਆਵੇ। ਮਾਇਆ ਵਾਸਤੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ, ਗੁਰੂ ਨਾਨਕ ਸਾਹਿਬ ਨੇ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਗੁਰੂ ਸਾਹਿਬ ਨੇ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ। ਕਿਰਤ ਕਰੋ, ਮਿਹਨਤ ਕਰੋ, ਵਣਜ ਵਿਹਾਰ ਕਰੋ, ਬਿਜ਼ਨਸ ਕਰੋ, ਕੋਈ ਵੀ ਕਾਰੋਬਾਰ ਕਰੋ, ਉਹਦੇ ਨਾਲ ਤੁਹਾਡੇ ਘਰ ਵਿੱਚ ਦੁਨਿਆਵੀ ਮਾਇਆ ਆਏਗੀ। ਨਾਮ ਜਪੋ ਕਹਿਣ ਤੋਂ ਭਾਵ ਗੁਰਬਾਣੀ ਤੋਂ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਸਵਾਰੋ। ਅਸੀਂ ਗੁਰਬਾਣੀ ਇਸ ਵਾਸਤੇ ਪੜ੍ਹਨੀ ਹੈ ਤਾਂ ਕਿ ਅਸੀਂ ਅਵਗੁਣਾਂ ਤੋਂ, ਗੁਨਾਹਾਂ ਤੋਂ ਬਚ ਸਕੀਏ। ਪਰ ਇਹ ਸਾਧ ਜਿਹੜੇ ਨੇ ਇੰਜ ਸਾਨੂੰ ਭੁਲੇਖਿਆਂ ਦੇ ਵਿੱਚ ਪਾ ਰਹੇ ਨੇ। ਹਰ ਇੱਕ ਸ਼ਬਦ ਦੇ ਵਿੱਚ ਹੀ ਇਹਨਾਂ ਨੇ ਕੋਈ ਨਾ ਕੋਈ ਭਰਮ ਭੁਲੇਖਾ ਖੜਾ ਕੀਤਾ ਵੀ 108 ਵਾਰੀ 41 ਦਿਨ ਰੋਜ਼ ਕਰੇ, ਸਵੇਰ ਦੇ ਸਮੇਂ ਨਵ ਚਿੰਦੇ ਐਤਵਾਰ ਨੂੰ ਸ਼ੁਰੂ ਕਰੇ, ਪੂਰਬ ਵੱਲ ਮੂੰਹ ਕਰੇ। ਆ ਵੇਖੋ ਜੀ, ਇਹ ਕਿੱਡਾ ਵੱਡਾ ਇਹਨਾਂ ਨੇ ਭੁਲੇਖਿਆਂ ਵਿੱਚ ਕੌਮ ਨੂੰ ਪਾ ਰਹੇ ਨੇ ਔਰ ਅਸੀਂ ਇੱਧਰ ਧਿਆਨ ਨਹੀਂ ਦੇ ਰਹੇ। ਜਿਹੜੀਆਂ ਇਹ ਚੀਜ਼ਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਬਖੇੜਾ ਕਰਨਗੀਆਂ। ਸਾਨੂੰ ਆਉਣ ਵਾਲੀ ਪੀੜ੍ਹੀ ਸਵਾਲ ਕਰੇਗੀ ਵੀ ਦੱਸੋ ਆ ਜਿਹੜੀ ਬਾਣੀ ਹੈ ਅਸੀਂ ਇਸ ਵਾਸਤੇ ਪੜ੍ਹਨੀ ਹੈ। ਪਾਣੀ ਦਾ ਗਲਾਸ ਕੋਲ ਰੱਖੇ, ਘਰ ਵੀ ਛਿੱਟਾ ਦੇਵੇ। ਇੰਜ ਦੇਖੋ ਇਹਨਾਂ ਨੇ ਜਿਹੜਾ ਹੋਰ ਹਰ ਇੱਕ ਸ਼ਬਦ ਤੋਂ ਬਾਅਦ ਵਿੱਚ ਇੰਜ ਲਿਖਿਆ ਹੈ। ਸੋ ਮੇਰੀ ਬੇਨਤੀ ਹੈ ਸਾਧ ਸੰਗਤ ਨੂੰ
कि ऐसे ਜਿਹੜੇ ਗੁਟਕੇ ਜਿਹੜੇ ਇਹ ਡੇਰੇਦਾਰ ਜਿਹੜੇ ਛਪਾਸ਼ ਪਾ ਕੇ ਕੌਮ ਵਿੱਚ ਵੰਡ ਰਹੇ ਨੇ, ਭਰਮ ਭੁਲੇਖਿਆਂ ਵਿੱਚ ਕੌਮ ਨੂੰ ਪਾ ਰਹੇ ਨੇ, ਇਸ ਤੋਂ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਪਹਿਲੀ ਗੱਲ ਅਸੀਂ ਯਤਨ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੀਏ। ਅਸੀਂ ਸਹਿਜ ਪਾਠ ਘਰ ਵਿੱਚ ਆਰੰਭ ਕਰਕੇ ਤੇ ਸਹਿਜ ਪਾਠ ਕਰੀਏ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਗੁਰਬਾਣੀ ਦਾ ਅਸਲ ਸਰੂਪ ਕੀ ਹੈ। ਤੇ ਫਿਰ ਸਾਨੂੰ ਜਿਹੜਾ ਕੋਈ ਵੀ ਐਸਾ ਗੁਟਕਾ, ਜਦੋਂ ਸਾਡੇ ਗੁਟਕਾ ਸਾਹਿਬ ਸਾਡੇ ਸਾਹਮਣੇ ਆਏਗਾ ਤੇ ਇਹ ਲੋਕ ਸਾਨੂੰ ਭੁਲੇਖੇ ਵਿੱਚ ਨਹੀਂ ਪਾ ਸਕਣਗੇ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਸੀਂ ਆਪ ਪੜ੍ਹੀਏ, ਆਪ ਵਿਚਾਰੀਏ, ਹੋਰ ਕਿਸੇ ਨੇ ਕੁਝ ਨਹੀਂ ਕਰਨਾ। ਵੇਖੋ ਇਹਨਾਂ ਦੇ ਵੱਲ ਜਿਹੜੇ ਵੇਖੋ ਬਾਹਰੀ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੜੀਆਂ ਬੇਅਦਬੀਆਂ ਹੋ ਰਹੀਆਂ ਨੇ, ਬਹੁਤ ਗੁਰਦੁਆਰਿਆਂ ਦੇ ਵਿੱਚ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਕੀਤੀਆਂ ਗਈਆਂ। ਪਰ ਜਿਹੜੇ ਆਹ ਲੋਕ ਜਿਹੜੇ ਸਿੱਖੀ ਪਹਿਰਾਵੇ ਦੇ ਵਿੱਚ ਆ ਕੇ ਜਿਹੜੇ ਇੰਜ ਬਾਣੀ ਦੀ ਬੇਅਦਬੀ ਕਰ ਰਹੇ ਨੇ, ਇਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਤੇ ਵੇਖੋ ਇਹ ਸਾਨੂੰ ਯਤਨ ਆਪ ਕਰਨਾ ਪੈਣਾ ਹੈ। ਕਿਸੇ ਜਥੇਦਾਰ ਨੇ ਕਿਸੇ ਨੇ ਕੁਝ ਨਹੀਂ ਕਰਨਾ। ਇਹ ਸਾਨੂੰ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਸੀਂ ਆਪ ਪੜ੍ਹਨੀ ਸ਼ੁਰੂ ਕਰੀਏ ਤਾਂ ਕਿ ਕੋਈ ਵੀ ਬੰਦਾ ਇੰਜ ਗੁਰਬਾਣੀ ਨਾਲ ਛੇੜਛਾੜ ਨਾ ਕਰ ਸਕੇ। ਬਾਕੀ ਐਸੇ ਇਹਨਾਂ ਲੋਕਾਂ ਤੋਂ, ਇਹਨਾਂ ਸਾਧਾਂ ਤੋਂ, ਪਖੰਡੀਆਂ ਤੋਂ ਸਾਨੂੰ ਬਚਣ ਦੀ ਬਹੁਤ ਫੌਰੀ ਤੌਰ 'ਤੇ ਲੋੜ ਹੈ। ਤੇ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸਿੱਧੇ ਜੁੜੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਵਾਰੀਏ ਤੇ ਜਿਹੜਾ ਆਪਣੇ ਮਨੁੱਖ ਜਨਮ ਨੂੰ ਅਸੀਂ ਸਫਲ ਕਰ ਸਕੀਏ। ਇਹ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ, ਕਿਉਂਕਿ ਜੋ ਚੀਜ਼ ਸਾਡੇ ਸਾਹਮਣੇ ਆਈ, ਜੋ ਇੱਕ ਪ੍ਰਚਾਰਕ ਹੋਣ ਦੇ ਨਾਤੇ ਜੋ ਸਾਡਾ ਫਰਜ਼ ਬਣਦਾ ਹੈ ਵੀ ਸੰਗਤ ਨੂੰ ਜਾਗਰੂਕ ਕਰਨਾ, ਅਸੀਂ ਆਪਣਾ ਉਹ ਫਰਜ਼ ਨਿਭਾਇਆ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।